अस्सलाम वालेकुम मेरे दोस्तों। मैं हाँ ਤੁਹਾਡਾ ਮੇਜ਼ਬਾਨ ਮੁਹੰਮਦ ਜ਼ਮਾਨ। ਅੱਜ ਫਿਰ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਵਾਂਗਾ। ਉਮੀਦ ਹੈ ਤੁਹਾਨੂੰ ਪਸੰਦ ਆਵੇਗੀ। ਤੇ ਇਹ ਸਟੋਰੀ ਹੈ ਲਾਲਚੀ ਬਾਦਸ਼ਾਹ ਦੀ ਤੇ ਇੱਕ ਬਹੁਤ ਹੀ ਹੁਸ਼ਿਆਰ ਤੇ ਚਲਾਕ ਕਿਸਾਨ ਦੀ। ਸਿਆਣੇ ਦੀ ਮਿਸਾਲ ਹੈ ਨਾ ਕਿ ਲਾਲਚ ਨਹੀਂ ਕਰਨਾ ਚਾਹੀਦਾ। ਵੈਸੇ ਕਹਾਣੀਆਂ ਵੀ ਇਸ ਮੌਜੂ ਤੇ ਬੜੀਆਂ ਬਣੀਆਂ ਹੋਈਆਂ ਨੇ ਕਿ ਲਾਲਚ ਪੂਰੀ ਬਲਾ ਹੈ ਤੇ ਲਾਲਚ ਦੇ ਵਿੱਚ ਆ ਕੇ ਬੰਦਾ ਫਸ ਜਾਂਦਾ ਹੈ। ਇਹ ਕਿਸੇ ਪੁਰਾਣੇ ਵਕਤ ਦੀ ਗੱਲ ਹੈ ਕਿ ਇੱਕ ਜਗ੍ਹਾ ਤੇ ਇੱਕ ਬਾਦਸ਼ਾਹ ਹੈਗਾ ਸੀ ਤੇ ਜਿਹੜਾ ਬਹੁਤ ਹੀ ਜ਼ਿਆਦਾ ਲਾਲਚੀ ਹੈਗਾ ਸੀ ਤੇ ਆਦੇ ਆਪ ਨੂੰ ਬਹੁਤ ਜ਼ਿਆਦਾ ਫਨਕਾਰ ਸਮਝਦਾ ਸੀ ਤੇ ਹੈ ਲਾਲਚੀ ਸੀ ਵੈਸੇ। ਤੇ ਉਹਨੇ ਨਾ ਆਦੇ ਉੱਥੇ ਐਲਾਨ ਕੀਤਾ ਕਿ ਮਤਲਬ ਜਿਹੜਾ ਬੰਦਾ ਮੈਨੂੰ ਬੇਵਕੂਫ ਬਣਾ ਦੇਵੇ ਨਾ ਮੈਂ ਉਹਨੂੰ ਇਨਾਮ ਦੇਵਾਂਗਾ ਤੇ ਜਿਹੜਾ ਬੰਦਾ ਮੈਨੂੰ ਬੇਵਕੂਫ ਨਾ ਬਣਾ ਸਕਿਆ ਮੈਂ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗਾ। ये पूरी बादशाही चालान हो गया। बड़ी दुनिया आई जेड़ा आवे मतलब बेवकूफ ना बना सके तो कोई ना कोई सजा लवे ते वापस हट जावे या मतलब कईयां ਨੂੰ ਮਾਰ ਦੇਵੇ। ਉਹ ਕਿਸੇ ਨਾਲ ਦੇ ਪਿੰਡ ਦੇ ਵਿੱਚ ਨਾ ਇੱਕ ਕੋਈ ਕਿਸਾਨ ਹੈਗਾ ਸੀ ਤੇ ਉਹ ਆਦੀ ਅਕਲਮੰਦੀ ਦੀ ਵਜ੍ਹਾ ਤੋਂ ਨਾ ਬਹੁਤ ਜ਼ਿਆਦਾ ਮਸ਼ਹੂਰ ਸੀ ਕਿ ਉਹਨੂੰ ਲੋਕ ਬਹੁਤ ਜ਼ਿਆਦਾ ਅਕਲਮੰਦ ਕਹਿੰਦੇ ਸਨ। ਉਹਨੂੰ ਪਤਾ ਲੱਗਾ ਤੇ ਉਹਨੂੰ ਕਿਸੇ ਨੇ ਦੱਸਿਆ ਵੀ ਬਾਦਸ਼ਾਹ ਹੈਗਾ ਜੇ ਕਹਿੰਦਾ ਜੀ ਜਿਹੜਾ ਮੈਨੂੰ ਬੇਵਕੂਫ ਬਣਾ ਦੇਵੇ ਨਾ ਉਹਨੂੰ ਮੈਂ ਬਹੁਤ ਜ਼ਿਆਦਾ ਇਨਾਮ ਦੇਵਾਂਗਾ ਤੇ ਜਿਹੜਾ ਮੇਰੇ ਤੋਂ ਬੇਵਕੂਫ ਮਤਲਬ ਮੈਨੂੰ ਬੇਵਕੂਫ ਨਾ ਬਣਾ ਸਕਿਆ ਉਹਨੂੰ ਮੈਂ ਸਜ਼ਾ ਦੇਵਾਂਗਾ। ਤੇ ਉਹ ਜਿਹੜਾ ਕਿਸਾਨ ਹੈਗਾ ਸੀ ਨਾ ਉਹ ਬੜਾ ਹੱਸਿਆ ਤੇ ਉਹਨੇ ਆਖਿਆ ਚਲੋ ਠੀਕ ਹੈ। ਬਾਦਸ਼ਾਹ ਸਲਾਮਤ ਕੋਲੇ ਪਹੁੰਚ ਗਿਆ ਬਾਦਸ਼ਾਹ ਦੇ ਪਿੰਡ ਤੇ ਬਾਦਸ਼ਾਹ ਨੂੰ ਜਦ ਕਹਿੰਦਾ ਬਾਦਸ਼ਾਹ ਸਲਾਮਤ ਸਾਡੇ ਪਿੰਡ ਨਾ ਇੱਕ ਮੁਰਗੀ ਹੈਗੀ ਤੇ ਉਹ ਸੋਨੇ ਦੇ ਅੰਡੇ ਦਿੰਦੀ ਹੈ। ਬਾਦਸ਼ਾਹ ਥੋੜਾ ਜਿਹਾ ਲਾਲਚ ਵਿੱਚ ਆ ਗਿਆ। ਜਦੋਂ ਲਾਲਚ ਆਇਆ ਤੇ ਉਹਨੇ ਆਖਿਆ ਕਿੱਥੇ ਮੁਰਗੀ ਵਿਖਾ ਮੈਨੂੰ। ਉਹਨੇ ਆਖਿਆ ਮੁਰਗੀ ਤਾਂ ਇੱਥੇ ਨਹੀਂ ਉਹ ਮੇਰੇ ਪਿੰਡ ਹੈਗੀ ਹੈ ਪਰ ਉਹਨੂੰ ਲਿਆਉਣ ਵਾਸਤੇ ਨਾ 100 ਸੋਨੇ ਦੇ ਸਿੱਕੇ ਮੈਨੂੰ ਚਾਹੀਦੇ ਨੇ ਵੀ ਜਿਹੜਾ ਮੈਂ ਉਹਦੀ ਹਿਫਾਜ਼ਤ ਕਰਕੇ ਲਿਆਵਾਂ ਦਾ ਤੇ ਉਹਨੂੰ ਬਚਾਵਾਂ। ਬਾਦਸ਼ਾਹ ਨੇ ਕਿਹਾ ਠੀਕ ਇਹਨੂੰ 100 ਸਿੱਕੇ ਦਿੱਤੇ ਜਾਣ। ਉਸ ਕਿਸਾਨ ਨੂੰ 100 ਸਿੱਕੇ ਦੇ ਦਿੱਤੇ। ਉਹ ਗਿਆ ਚਲਾ ਦੂਸਰੇ ਦੇ ਵਾਪਸ ਆਇਆ ਤੇ ਬਾਦਸ਼ਾਹ ਨੇ ਕਿਹਾ ਮੁਰਗੀ। ਉਹਨੇ ਕਿਹਾ ਬਾਦਸ਼ਾਹ ਸਲਾਮ ਨੇ ਮੈਂ ਮੁਰਗੀ ਲਈ ਆਂਦਾ ਸਾਂ ਮੁਰਗੀ ਤਾਂ ਮਰ ਗਈ ਰਸਤੇ ਦੇ ਵਿੱਚ। ਹਾਂ ਮੈਂ ਇੱਕ ਹੋਰ ਜੁਗਾੜ ਲਾ ਸਾਂ ਇੱਕ ਹੋਰ ਮੁਰਗੀ ਹੈਗੀ ਉਹ ਲਿਆ ਸਾਂ ਉਹਦੇ ਵਾਸਤੇ ਮੈਨੂੰ 200 ਸਿੱਕੇ ਚਾਹੀਦੇ ਨੇ। ਬਾਦਸ਼ਾਹ ਫਿਰ ਲਾਲਚ ਬਾਦਸ਼ਾਹ ਨੇ ਕਿਹਾ ਠੀਕ ਹੈ ਇਹਨੂੰ ਨਾ 200 ਸਿੱਕੇ ਦੇ ਦਿਓ। ਉਹਨੂੰ 200 ਸਿੱਕੇ ਦੇ ਦਿੱਤੇ। ਉਹ ਫਿਰ ਆ ਗਿਆ ਆਦੇ ਪਿੰਡ ਅੱਗੋਂ ਫਿਰ ਸੁਬਹ ਗਿਆ। ਬਾਦਸ਼ਾਹ ਨੇ ਪੁੱਛਿਆ ਹਾਂਜੀ ਮੁਰਗੀ। ਉਹਨੇ ਆਖਿਆ ਬਾਦਸ਼ਾਹ ਸਲਾਮ ਮੈਂ ਮੁਰਗੀ ਲਈ ਆਂਦਾ ਸਾਂ ਰਸਤੇ ਦੇ ਵਿੱਚ ਮੈਨੂੰ ਪੈ ਗਏ ਨੇ ਚੋਰ। ਜਦੋਂ ਚੋਰ ਪਏ ਨੇ ਤੇ ਮੈਂ ਮੁਰਗੀ ਤੋਂ ਮੇਰੀ ਖੋਹ ਤੇ ਲੈ ਗਏ ਤੇ ਲਿਹਾਜ਼ਾ ਇੱਕ ਹੋਰ ਮੁਰਗੀ ਹੈ ਉਹਦੇ ਵਾਸਤੇ ਮੈਨੂੰ 500 ਸਿੱਕਾ ਚਾਹੀਦਾ ਸੋਨੇ ਦੇ। ਬਾਦਸ਼ਾਹ ਫਿਰ ਲਾਲਚ ਆ ਗਿਆ। ਬਾਦਸ਼ਾਹ ਨੇ ਉਹਨੂੰ ਫਿਰ ਜਨਾਬ 500 ਸਿੱਕੇ ਦੇ ਦਿੱਤੇ। ਉਹ ਬੰਦਾ ਫਿਰ ਚਲਾ ਗਿਆ ਤੇ ਪਿੰਡ ਕੇ ਵਾਪਸ ਆਇਆ ਤੇ ਬਾਦਸ਼ਾਹ ਨੂੰ ਪੁੱਛਿਆ ਮੁਰਗੀ। ਬਾਦਸ਼ਾਹ ਸਲਾਮਤ ਮੈਂ ਮੁਰਗੀ ਲਈ ਆਂਦਾ ਸਾਂ ਐਕਸੀਡੈਂਟ ਹੋਇਆ। ਉਹ ਐਕਸੀਡੈਂਟ ਦੇ ਵਿੱਚ ਮੁਰਗੀ ਫਿਰ ਮਰ ਗਈ। ਉਹਨੇ ਹਲੇ ਪੱਟੀਆਂ ਛੱਟੀਆਂ ਲਾਈਆਂ ਹੋਈਆਂ ਸਨ ਕੋਈ ਕਿਸਾਨ ਨੇ। ਫਿਰ ਬਾਦਸ਼ਾਹ ਨੇ ਆਖਿਆ ਹੁਣ ਉਹਨੇ ਆਖਿਆ ਜੀ ਮੁਰਗੀ ਇੱਕ ਹੋਰ ਹੈਗੀ ਹੈ ਉਹਦੇ ਵਾਸਤੇ ਵੀ ਸੋਨੇ ਦੇ ਸਿੱਕੇ ਚਾਹੀਦੇ ਨੇ। ਬਾਦਸ਼ਾਹ ਨੇ ਫਿਰ ਉਹੀ 200-400 ਸੋਨੇ ਦੇ ਸਿੱਕੇ ਦੇ ਦਿੱਤੇ ਜੋ ਮੰਗਦਾ ਗਿਆ। ਫਿਰ ਉਹ ਚਲਾ ਗਿਆ। ਐਵੇਂ ਕਰਦਾ ਕਰਾਂਦਿਆਂ ਉਹ ਹਰ ਰੋਜ਼ ਬਾਦਸ਼ਾਹ ਕੋਲੋਂ ਸੋਨੇ ਦੇ ਸਿੱਕੇ ਲੈ ਜਾਇਆ ਤੇ ਕਰੇ ਤੇ ਕੋਈ ਰੋਜ਼ਾਨਾ ਨਵੇਂ ਤੋਂ ਨਵਾਂ ਬਹਾਨਾ ਲਾਇਆ ਕਰੇ। ਬਾਦਸ਼ਾਹ ਲਾਲਚ ਆਂਦਾ ਰਿਹਾ। ਉਹ ਬਾਦਸ਼ਾਹ ਨੂੰ ਨਾ ਕਈ ਦਿਨਾਂ ਤੋਂ ਬਾਅਦ ਸਮਝ ਆਈ ਕਿ ਬੰਦਾ ਤਾਂ ਮੈਨੂੰ ਬੇਵਕੂਫ ਬਣਾ ਗਿਆ ਕਿਉਂਕਿ ਓਨੀ ਦੇਰ ਦੇ ਵਿੱਚ ਉਹ ਬੰਦਾ ਗਾਇਬ ਹੋ ਗਿਆ। ਆਦੀ ਵਾਹ ਉਹਨੇ ਆਦੀ ਮੰਡੀ ਛੱਡੀ ਇਕੱਠੀ ਕੀਤੀ ਇਕੱਠੀ ਕਰਕੇ ਤੇ ਚਲਾ ਗਿਆ ਬਈ ਕਦੇ ਬਾਦਸ਼ਾਹ ਦੀ ਸਲਤਨਤ ਤੋਂ ਦੂਰ ਹੋ ਗਿਆ। ਤੇ ਬਾਦਸ਼ਾਹ ਨੂੰ ਸਮਝ ਆ ਗਈ ਕਿ ਬੰਦਾ ਮੈਨੂੰ ਵੀ ਫੁੱਦੂ ਲਾ ਗਿਆ। ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਲਾਲਚ ਦੇ ਵਿੱਚ ਨਹੀਂ ਆਉਣਾ ਚਾਹੀਦਾ। ਕੋਈ ਵੀ ਕੰਮ ਕਰੋ ਤੇ ਸੋਚ ਸਮਝ ਕੇ ਕਰਨੀ ਚਾਹੀਦਾ। ਦੋਸਤੋ ਮੇਰੀ ਕਹਾਣੀ ਦਾ ਇੱਥੇ ਅਖਤਾਮ ਹੋਵੇਗਾ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਕਰੋ। ਬਾਜ਼ ਕਾ ਦੋਸਤ ਸੁਣਦੇ ਨੇ ਪਰ ਕਰਦੇ ਨਹੀਂ। ਉਹਨਾਂ ਅੱਗੇ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਕਿਉਂਕਿ ਤੁਹਾਡੇ ਇੱਕ ਵਾਰੀ ਹੱਥ ਲਾਉਣ ਨਾਲ ਜਾਣਾ ਕੁਛ ਨਹੀਂ ਤੇ ਮੇਰੀ ਸਪੋਰਟ ਹੋ ਜਾਣੀ। ਤੇ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਓਕੇ ਅੱਲਾ ਹਾਫਿਜ਼। ਫਿਰ ਮਿਲਾਂਗੇ ਆਪਾਂ
ਅਗਲੀ ਕਹਾਣੀ ਉਮੀਦ ਹੈ ਇਨਸ਼ਾਅੱਲਾ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਨਵੀਂ ਲੈ ਕੇ ਆਵਾਂ।